ਸਾਡੇ ਵਿੱਚ ਸਰਦਾਰ ਹਮੀਰ ਸਿੰਘ ਜੀ ਪੰਜਾਬੀ ਟ੍ਰਿਬਿਊਨ ਤੋਂ ਉੱਗੇ ਪੱਤਰਕਾਰ ਸਾਡੇ ਵਿੱਚ ਸ਼ਾਮਲ ਹੋਏ ਨੇ। ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿੱਥੇ ਉੱਥੇ ਨਾਲ ਹੀ ਉਹਨਾਂ ਨੂੰ ਸੱਦਾ ਦੇ ਰਿਹਾ ਕਿ ਆਪਣੇ ਸ਼ਬਦਾਂ ਦੀ ਸਾਂਝ ਸਾਡੇ ਨਾਲ ਪਾਉਣਗੇ। ਬਹੁਤ ਸਤਿਕਾਰਯੋਗ ਪੰਜਾਬੀ ਡਿਪਾਰਟਮੈਂਟ ਅਤੇ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰ ਸਾਹਿਬਾਨ ਅਤੇ ਬਾਹਰੋਂ ਆਏ ਹੋਰ ਵਿਦਵਾਨ ਸੱਜਣ ਅਤੇ ਵਿਦਿਆਰਥੀ ਦੋਸਤੋ, ਪੰਜਾਬੀ ਜ਼ੁਬਾਨ ਦਾ ਸਵਾਲ ਅੰਤਰਰਾਸ਼ਟਰੀ ਭਾਸ਼ਾ ਦਿਵਸ ਨਾਲ ਜੋੜ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਇਕੱਲੀ ਜ਼ੁਬਾਨ ਦੇ ਮਾਮਲੇ ਦੇ ਵਿੱਚ ਨਹੀਂ, ਪੰਜਾਬੀ ਸੱਭਿਆਚਾਰ ਦੇ ਮਾਮਲੇ 'ਚ, ਪੰਜਾਬੀ ਪਿਛੋਕੜ ਦੇ ਮਾਮਲੇ 'ਚ ਅਸੀਂ ਕਾਫੀ ਲੰਬਾ ਸਮਾਂ ਉਹਨੂੰ ਜਿਵੇਂ ਬੇਦਾਵਾ ਦਿੱਤਾ ਹੁੰਦਾ ਕਾਫੀ ਲੰਮੇ ਸਮੇਂ ਤੋਂ, ਉਹ ਮਾਹੌਲ ਸੀ ਸਾਡੇ ਸਾਰੇ ਨਜ਼ਰਾਂ 'ਚ ਬੜੇ ਲੰਮੇ ਸਮੇਂ ਤੋਂ। ਸ਼ਾਇਦ ਇੱਕ ਕਾਰਨ ਵੀ ਇਹਦਾ ਇਹ ਬਣਿਆ, ਸਰਕਾਰੀ ਪਾਲਿਸੀਜ਼ ਵੀ ਉਹਦਾ ਕਾਰਨ ਨੇ, ਔਰ ਦੁਨੀਆ ਪੱਧਰ 'ਤੇ ਵਿਆਪਕ ਪੱਧਰ 'ਤੇ ਵਰਤ ਰਿਹਾ ਜਿਹੜਾ ਵਰਤਾਰਾ ਹੈ, ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਵਿਕਾਸ ਦਾ ਤੌਰ ਤਰੀਕਾ ਹੈ, ਉਹ ਸ਼ਾਇਦ ਉੱਧਰ ਨੂੰ ਧੱਕ ਕੇ ਲਿਜਾ ਰਿਹਾ, ਜਿਹੜਾ ਦੁਨੀਆ ਦੀ ਵੰਨ-ਸੁਵੰਨਤਾ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ, ਜਿਹੜਾ ਦੁਨੀਆ 'ਤੇ ਇੱਕ ਭਾਸ਼ਾ ਦਾ ਵੀ ਸਾਮਰਾਜ ਖੜਾ ਕਰਨਾ ਚਾਹੁੰਦਾ ਹੈ ਅਤੇ ਇੱਕ ਟਾਈਪ ਦਾ ਇਕਨੋਮਿਕਸ ਦਾ ਵੀ ਉਹੋ ਜਿਹਾ ਮਾਡਲ ਦਿੰਦਾ ਸਾਡੇ ਸਾਹਮਣੇ, ਉਹੀ ਜੀ ਜੀਵਨ ਜਾਂਚ ਦਿੰਦਾ ਹੈ, ਉਹੋ ਜਿਹਾ ਘਰਾਂ ਦੇ ਨਕਸ਼ੇ, ਉਹੋ ਜਿਹਾ ਜੀਵਨ ਦਾ ਸਵਾਲ, ਉਹੋ ਜਿਹੇ ਕੱਪੜੇ, ਉਹੋ ਜਿਹਾ ਸਾਰਾ ਕੁਝ। ਮਤਲਬ ਸਾਰੇ ਵਰਤਾਰੇ ਨੂੰ ਕਿਸੇ ਕੁਦਰਤੀ ਵੰਨ-ਸੁਵੰਨਤਾ ਨਾਲੋਂ ਤੋੜ ਕੇ ਕਿਸੇ ਯਕਰੰਗੀ ਚੀਜ਼ ਦੇ ਵਿੱਚ ਪਰੋ ਦੇਣਾ ਚਾਹੁੰਦਾ ਹੈ, ਇੱਕ ਪਾਸੇ ਵੱਲ ਲੈ ਜਾਣਾ ਚਾਹੁੰਦਾ ਹੈ। ਇਸੇ ਕਰਕੇ ਦੁਨੀਆ ਪੱਧਰ ਦੇ ਉੱਤੇ ਜਿਹੜੀਆਂ ਮੂਵਮੈਂਟਾਂ, ਜਿਹੜੀਆਂ ਲਹਿਰਾਂ ਨੇ, ਜੇ ਇਸ ਕਿਸਾਨ ਅੰਦੋਲਨ ਨਾਲ ਜੋੜ ਕੇ ਵੀ ਦੇਖੀ ਜਾਏ ਗੱਲ, ਤਾਂ ਬੜੇ ਲੰਮੇ ਸਮੇਂ ਤੋਂ ਧਰਤੀ ਨਾਲ ਜੁੜਿਆ ਜਿਹੜਾ ਮੁੜ ਕੇ ਸੱਭਿਆਚਾਰ ਪੈਦਾ ਹੁੰਦਾ, ਅੰਦੋਲਨ ਜਿਹੜੇ ਨੇ ਉਹ ਨਵਾਂਪਣ ਭਰਦੇ ਨੇ, ਬੋਲੀਆਂ ਦੇ ਵਿੱਚ ਵੀ, ਸੱਭਿਆਚਾਰਾਂ ਦੇ ਵਿੱਚ ਵੀ, ਸਾਰੇ ਪੱਖਾਂ ਤੋਂ ਵੀ। ਸਾਡੇ ਗਾਇਕਾਂ ਦੇ ਗੀਤ ਬਦਲੇ ਨੇ, ਗੀਤਕਾਰਾਂ ਦੀ ਲੇਖਣੀ ਬਦਲੀ ਹੈ ਇਸ ਅੰਦੋਲਨ ਦੇ ਨਾਲ, ਲੋਕਾਂ ਦੀ ਮਤਲਬ ਸ਼ਬਦਾਵਲੀ ਬਦਲੀ ਹੈ ਇਸ ਅੰਦੋਲਨ ਦੇ ਨਾਲ, ਬੁੱਧੀਜੀਵੀਆਂ ਦਾ ਲੇਖਣੀ ਦਾ ਇੱਕ ਤੌਰ ਤਰੀਕਾ ਵੀ ਬਦਲਿਆ ਇਸ ਦੇ ਨਾਲ। ਔਰ ਕਾਫੀ ਲੰਮੇ ਸਮੇਂ ਤੋਂ ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ, ਇਹ ਜਿਵੇਂ ਐਂ ਲੱਗਦਾ ਕਿ ਭਾਸ਼ਾ ਬਚਾਉਣਾ ਕੇਵਲ ਪੰਜਾਬੀ ਔਰ ਪੰਜਾਬੀ ਡਿਪਾਰਟਮੈਂਟਾਂ ਦੀ, ਪੰਜਾਬੀ ਨਾਲ ਜੁੜੇ ਬੰਦਿਆਂ ਦਾ ਹੀ ਕੰਮ ਹੈ। ਜਿਹੜੇ ਬਾਕੀ ਦੇ ਲੋਕ ਨੇ, ਬਾਕੀ ਵਿਦਵਾਨ ਨੇ, ਵੱਖ-ਵੱਖ ਹੋਰ ਸੂਬਿਆਂ ਦੇ ਵਿੱਚ ਕੰਮ ਕਰਦੇ ਨੇ, ਅਤੇ ਉਹਨਾਂ 'ਚੋਂ ਕਿੰਨੇ ਲਿਖਦੇ ਨੇ ਵਿਦਵਾਨ ਅਖਬਾਰਾਂ ਦੇ ਵਿੱਚ, ਕਿੰਨੇ ਪਰਚਿਆਂ ਦੇ ਵਿੱਚ, ਆਪਣੀ ਜ਼ੁਬਾਨ 'ਚ ਲਿਖਣ ਵਾਲੇ ਕੌਣ ਬੰਦੇ ਨੇ ਸਾਡੇ ਕੋਲ ਪੰਜਾਬ ਦੇ, ਜਿਹੜੇ ਪੰਜਾਬੀ 'ਚ ਨਾ ਹੋਣ, ਪੰਜਾਬੀ ਤੋਂ ਬਾਹਰ ਦੀ ਗੱਲ ਕਰਨ, ਅਤੇ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਪੜ੍ਹਨ ਦਾ ਮੌਕਾ ਮਿਲਦਾ, ਲਿਖਣ ਦਾ ਮੌਕਾ ਮਿਲਦਾ, ਬੰਦੇ ਨਹੀਂ ਲੱਭਦੇ। ਕਿਉਂਕਿ ਮੈਂ ਉਸ ਸੂਬੇ ਨਾਲ ਸੰਬੰਧਿਤ ਹਾਂ, ਮੈਂ ਅਖਬਾਰ ਨਾਲ ਸੰਬੰਧਿਤ ਹੋਣ ਕਰਕੇ ਕਿੰਨੇ ਲੋਕਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਵੀ ਤੁਸੀਂ ਪੰਜਾਬੀ 'ਚ ਲਿਖ ਕੇ ਭੇਜ ਸਕਦੇ ਹੋ। ਹਰ ਬੰਦਾ ਇਹੀ ਕਹਿੰਦਾ ਵੀ ਪੰਜਾਬੀ 'ਚ ਨਹੀਂ ਮੇਰੇ ਤੋਂ ਲਿਖਿਆ ਜਾਣਾ, ਚੰਗੀ ਭੰਦੀ ਭਾਸ਼ਣ ਕਰਦੇ ਹਾਂ, ਬੋਲਦੇ ਹਾਂ, ਪੜ੍ਹੇ ਹਾਂ। ਅਤੇ ਉਹ ਪੰਜਾਬ ਦੇ ਵਿਦਵਾਨ ਵੀ ਜਦੋਂ ਇਹ ਕਹਿੰਦੇ ਨੇ ਤੁਸੀਂ ਟਰਾਂਸਲੇਟ ਕਰ ਲਿਓ, ਲਿਖ ਕੇ ਤਾਂ ਮੈਂ ਅੰਗਰੇਜ਼ੀ 'ਚ ਹੀ ਭੇਜੂੰਗਾ। ਉਹਦੇ 'ਚ ਪੋਲੀਟੀਕਲ ਸਾਇੰਸ ਦੇ, ਇਕਨੋਮਿਕਸ ਦੇ, ਸਾਇੰਸ ਦੇ ਵੱਖ-ਵੱਖ ਪੜਾਵਾਂ ਦੇ ਬੰਦੇ ਨੇ, ਤਾਂ ਮਤਲਬ ਸਾਨੂੰ ਜੇ ਪੰਜਾਬੀਅਤ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪਏਗੀ ਕਿ ਅਸੀਂ ਕਿਸ ਤਰੀਕੇ ਦੇ ਨਾਲ, ਜੇ ਦੁਨੀਆ ਦੇ ਵਿੱਚ ਥਾਮਸ piketty ਨਾਂ ਦਾ ਜਿਹੜਾ ਇੱਕ ਅਰਥ ਸ਼ਾਸਤਰੀ, ਜਿਹੜੀ ਸਭ ਤੋਂ ਬੜੀ ਪਿਛਲੇ 10 ਸਾਲਾਂ ਤੋਂ ਪੜ੍ਹੀ ਜਾ ਰਹੀ ਕਿਤਾਬ ਹੈ ਇਕਨੋਮਿਕਸ ਦੀ, ਉਹ 10 ਸਾਲ ਅਮਰੀਕਾ ਦੀ ਯੂਨੀਵਰਸਿਟੀ 'ਚ ਪੜ੍ਹਾ ਕੇ ਅੰਗਰੇਜ਼ੀ 'ਚੋਂ ਆ ਕੇ ਕਹਿੰਦਾ ਮੈਂ ਤਾਂ ਫਰੈਂਚ 'ਚ ਲਿਖੂੰਗਾ, ਤੁਸੀਂ ਟਰਾਂਸਲੇਟ ਕਰਨੀ ਆ ਕਰ ਲਿਓ ਉਸ ਸਾਰੇ ਮਾਮਲੇ ਦੇ ਵਿੱਚ। ਤਾਂ ਪੰਜਾਬੀ 'ਚ ਇਸ ਲੈਵਲ ਦੇ ਬੰਦੇ ਕਿਉਂ ਨਹੀਂ ਅਸੀਂ ਡਿਵੈਲਪ ਕਰ ਪਾ ਰਹੇ? ਇੱਕ ਚਿੰਤਾ ਦਾ ਸਵਾਲ ਹੈ ਸਾਡੇ ਬੌਧਿਕਤਾ ਦੇ ਸਾਹਮਣੇ ਕਿ ਅਸੀਂ ਉਸ ਪੱਧਰ 'ਤੇ ਕਿੱਥੇ ਲਿਜਾ ਰਹੇ ਹਾਂ। ਔਰ ਅੰਦੋਲਨ ਦੇ ਵਿੱਚ ਵੀ ਜਿਹੜੇ ਗ੍ਰਾਸ ਰੂਟ ਲੈਵਲ 'ਤੇ ਅੰਦੋਲਨ ਨੇ, ਤੁਸੀਂ ਦੇਖ ਸਕਦੇ ਹੋ, ਜੇ ਪੱਤਰਕਾਰੀ ਦੇ ਸੋਭੇ 'ਚ ਵੀ ਦੇਖੋ ਤਾਂ ਕਿੰਨੇ ਲੋਕ ਅੰਦੋਲਨ ਨਾਲ ਖੜੇ ਨੇ। ਮੈਨੂੰ ਲੱਗਦਾ ਕਿ ਪੰਜਾਬੀ ਜ਼ੁਬਾਨ 'ਚੋਂ ਉੱਠਿਆ ਜਿਹੜਾ ਅੰਦੋਲਨ ਹੈ, ਸ਼ਾਇਦ ਪੰਜਾਬੀ ਦਾ ਹੀ, ਚਾਹੇ ਉਹ YouTube ਚੈਨਲ ਹੋਣ, ਪੰਜਾਬੀ ਦੇ ਉਹ ਅਖਬਾਰ ਹੋਣ, ਪੰਜਾਬੀ ਦਾ ਵੀ ਉਹ ਸਾਰਾ ਤਾਣਾ ਬਾਣਾ ਉਹਦੇ ਨਾਲ ਇਕਜੁੱਟ ਹੋ ਕੇ ਖੜਾ ਦਿਖਾਈ ਦੇ ਰਿਹਾ, ਜਿਹੜਾ ਉਸ ਪੱਧਰ 'ਤੇ ਜਿਵੇਂ ਇਮੋਸ਼ਨਲੀ ਉਹਦੇ ਨਾਲ ਅਟੈਚ ਹੋ ਕੇ ਖੜਾ ਹੋਣਾ ਚਾਹੀਦਾ। ਤਾਂ ਫਿਰ ਉਹ ਸਾਰੇ ਸੂਬਿਆਂ ਦੇ ਵਿੱਚ ਹੀ ਸਾਨੂੰ ਉਸ ਪੱਧਰ 'ਤੇ ਲਿਜਾਣਾ ਪਏਗਾ। ਅਸੀਂ ਸੰਸਥਾਵਾਂ ਮਾਰਨੀਆਂ ਸ਼ੁਰੂ ਕਰਤੀਆਂ ਨੇ ਇਸ ਪੱਧਰ 'ਤੇ। ਇਕੱਲਾ ਪੰਜਾਬੀ ਯੂਨੀਵਰਸਿਟੀ ਇੱਕ ਬਹੁਤ ਵੱਡਾ ਅਦਾਰਾ ਹੈ, ਇੱਥੋਂ ਆਵਾਜ਼ ਉੱਠ ਰਹੀ ਹੈ, ਪਰ ਅਸੀਂ ਤਾਂ ਬਹੁਤ ਦੇਰ ਤੋਂ ਹਾਇਰ ਐਜੂਕੇਸ਼ਨ ਮਾਰਨ ਚੱਲੇ ਹਾਂ। 1996 ਤੋਂ ਬਾਅਦ ਗੌਰਮੈਂਟ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋ ਰਹੀ, ਅਤੇ ਕਿੱਥੇ ਅੰਦੋਲਨ? ਨਿਊ ਐਜੂਕੇਸ਼ਨ ਪਾਲਿਸੀ ਆ ਗਈ ਹੈ ਜਿਹਨੇ ਸਾਡੀ ਭਾਸ਼ਾ ਨੂੰ ਵੀ ਮਾਰਨਾ ਅਤੇ ਜਿਹਨੇ ਸਟੇਟਾਂ ਦੇ ਹੱਕਾਂ ਨੂੰ ਵੀ ਮਾਰਨਾ, ਜਿਹਨੇ ਸਾਡੇ ਸਿਲੇਬਸਾਂ ਨੂੰ ਸੈਂਟਰਲਾਈਜ਼ ਕਰਨਾ। ਕਿੱਥੇ ਹੈ ਅੰਦੋਲਨ ਦੇਸ਼ ਦੇ ਵਿੱਚ ਉਸ ਸਾਰੇ ਮਾਮਲੇ ਦੇ ਵਿੱਚ? ਇਸ ਲਈ ਉਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਬੌਧਿਕ ਤਬਕੇ ਨੇ ਜਵਾਬ ਦੇਣਾ, ਉਹਨੂੰ ਵੀ ਹਿੱਟ ਕਰਨਾ ਪੈਣ ਦੀ ਲੋੜ ਹੈ। ਅਤੇ ਜਿਹੜੀਆਂ ਸੰਸਥਾਵਾਂ ਜਦੋਂ ਮਰਦੀਆਂ ਨੇ,
ਸਾਡੇ ਹੁਣ ਸਕੂਲਾਂ 'ਚ ਜਾ ਕੇ +2 ਦੇ ਕਿਸੇ ਵੀ ਬੱਚੇ ਨੂੰ ਪੁੱਛਦੇ ਆ ਤਾਂ 90 ਤੋਂ ਵੱਧ 90% ਤੋਂ ਵੱਧ ਬੱਚਾ ਕਹਿੰਦਾ ਕਿ ਮੈਂ ਆਈਲੈਟਸ ਕਰਨਾ ਹੈ, ਵਿਦੇਸ਼ ਜਾਣਾ ਹੈ। ਉਹਨੂੰ ਅਸੀਂ +2 ਤੋਂ ਵੱਧ ਪੜ੍ਹਨ ਤੋਂ ਹੀ ਰੋਕਤਾ ਹੈ। ਬਹੁਤੇ ਕੁਝ ਖਾਸ ਲੋਕਾਂ ਨੂੰ ਛੱਡ ਕੇ ਜਿਹੜੇ ਪੜ੍ਹਾਈ ਕਰਨ ਜਾਂਦੇ ਨੇ, ਪਰ ਮੈਜੋਰਿਟੀ ਤਾਂ ਉਹਨਾਂ 'ਚੋਂ ਦਿਹਾੜੀ ਕਰਨ ਜਾਂਦੇ ਨੇ ਤੇ ਪੀਆਰਸ਼ਿਪ ਲੈਣ ਜਾਂਦੇ ਨੇ, ਕਿਉਂਕਿ ਇਸ ਲੈਵਲ ਤੇ ਹੋ ਗਿਆ ਕੰਮ। 5,36,000 ਨੌਜਵਾਨ ਹਰ ਸਾਲ ਆਈਲੈਟਸ ਦੇ ਐਗਜ਼ਾਮ 'ਚ ਬੈਠਦਾ। ਕਰੋਨਾ ਦਾ ਦੌਰ ਛੱਡ ਦਿਓ ਕਿਉਂਕਿ ਨਹੀਂ ਹੋਇਆ। 1.5 ਲੱਖ ਚਲਾ ਜਾਂਦਾ ਹੈ ਪੰਜਾਬੀ ਦੇ ਵਿੱਚੋਂ। ਉਹ ਤਬਕਾ ਸੀ ਜਿਹਨੇ ਖੋਜੀ ਬਣਨਾ ਸੀ, ਜਿਨ੍ਹਾਂ ਨੇ ਲੇਖਕ ਬਣਨਾ ਸੀ, ਜਿਨ੍ਹਾਂ ਨੇ ਸਾਇੰਟਿਸਟ ਬਣਨਾ ਸੀ, ਜਿਨ੍ਹਾਂ ਨੇ ਵੱਖ-ਵੱਖ ਟਾਈਪ ਦੇ ਸੋਭਿਆਂ 'ਚ ਆਉਣਾ ਸੀ, ਤੇ ਉਹ ਬੜੇ ਵੱਡੇ ਪੱਧਰ ਤੇ ਡਰੇਨ ਹੋ ਰਿਹਾ ਹੈ। ਉਹ ਜਿਹੜੀ ਡਰੇਨੇਜ ਹੈ ਉਹਨੂੰ ਰੋਕਣ ਦਾ ਸਵਾਲ ਵੀ ਸ਼ਾਇਦ ਇਹ ਅੰਦੋਲਨ ਉਹਨੂੰ ਰੋਕ ਦੇਗਾ। ਤੁਹਾਡੇ ਸਾਹਮਣੇ ਦਿੱਲੀ 'ਚ ਬਹੁਤ ਆਪਣੀਆਂ ਵੱਡੀਆਂ ਨੌਕਰੀਆਂ ਛੱਡ ਕੇ ਦਿੱਲੀ ਬੈਠੇ ਨੇ 2.5 ਮਹੀਨਿਆਂ ਤੋਂ ਪੌਣੇ 3 ਮਹੀਨਿਆਂ ਤੋਂ ਆ ਕੇ, ਕਿਉਂਕਿ ਉਹਨੇ ਉਮੀਦ ਬੁਝਾਤੀ ਹੈ ਕਿ ਨਹੀਂ ਸਭ ਕੁਝ ਨਹੀਂ ਗਵਿਆ, ਅਜੇ ਬਹੁਤ ਕੁਝ ਪਿਆ, ਅਜੇ ਇੱਥੇ ਲੜਿਆ ਜਾ ਸਕਦਾ। ਉਹ ਜਿਹੜਾ ਲੜਾਈ ਦਾ ਸਵਾਲ ਸੀ, ਮੈਂ ਕਈ ਵਾਰ ਕਹਿੰਦਾ ਕਿ ਜਿਹੜਾ ਜਿਵੇਂ ਉਹ 40 ਬੰਦੇ ਅਨੰਦਪੁਰ ਸਾਹਿਬ ਦੇ ਵਿੱਚ ਛੱਡ ਕੇ ਆ ਗਏ ਸੀ ਗੁਰੂ ਨੂੰ ਵੀ ਭੁੱਖੇ ਭਾਣੇ ਲੜਿਆ ਨਹੀਂ ਜਾ ਸਕਦਾ। ਬਾਅਦ 'ਚ ਮੈਦਾਨੇ ਜੰਗ 'ਚ ਆ ਕੇ ਖਿਦਰਾਣੇ ਦੀ ਢਾਬ ਤੇ ਆ ਕੇ 40 ਮੁਕਤਿਆਂ 'ਚ ਤਬਦੀਲ ਹੋ ਜਾਂਦੇ ਨੇ। ਪੰਜਾਬ ਆਪਣਾ ਬੇਦਾਵਾ ਪੜਵਾ ਰਿਹਾ ਇਸ ਸਮੇਂ, ਸਿਧਾਂਤਕ ਬੇਦਾਵਾ, ਸਿਧਾਂਤਕ ਪੱਧਰ ਤੇ ਜਿਹੜਾ ਉਹ ਲੜਾਈ ਲੜ ਰਿਹਾ ਹੈ। ਔਰ ਇਹ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਹੈ, 3 ਕਾਨੂੰਨਾਂ ਤੋਂ ਤੇ ਉਹਦੇ ਤੋਂ ਬਹੁਤ ਵੱਡਾ ਪਹਿਲਾਂ ਹੀ ਅੰਦੋਲਨ ਹੋ ਚੁੱਕਿਆ ਸਾਡੇ ਸਾਹਮਣੇ ਆ, ਕਿਉਂਕਿ ਉਹਨੇ ਸਭ ਕੁਝ ਬਦਲਿਆ, ਸਾਡੀ ਜ਼ਿੰਦਗੀ ਬਦਲੀ ਹੈ। ਉਹ ਨੌਜਵਾਨ ਨੂੰ ਇੱਕ ਮਕਸਦ ਦਿੱਤਾ, ਜਿਹੜਾ ਨੌਜਵਾਨ ਨੂੰ ਅਸੀਂ ਇਹ ਕਹਿ ਰਹੇ ਸੀ ਕਿ ਉਹਦੇ ਸਾਹਮਣੇ ਕੋਈ ਨਕਸ਼ਾ ਨਹੀਂ ਤੇ ਉਹ ਕਾਹਦੇ ਲਈ ਲੜੇ। ਇਸੇ ਨੇ ਪੰਜਾਬੀ ਬੋਲੀ ਬਚਾਉਣੀ ਹੈ, ਇਸੇ ਨੇ ਸ਼ਾਇਦ ਬਾਕੀ ਦੁਨੀਆ ਦੇ ਵਿੱਚ ਵੀ ਇੱਕ ਜਾਗ ਲਾਉਣਾ ਹੈ ਕਿ ਦੁਨੀਆ ਬਹੁਤ ਰੰਗੀ ਹੈ, ਦੁਨੀਆ ਬਹੁਤ ਸੱਭਿਆਚਾਰੀ ਹੈ, ਬਹੁਤ ਬੋਲੀਆਂ ਵੀ ਹੋਣਗੀਆਂ ਤੇ ਉਹਦੇ ਨਾਲ ਉਹਦੀ ਅਕਲ ਵੀ ਆਉਂਦੀ ਹੈ, ਉਹਦਾ ਇਤਿਹਾਸ ਵੀ ਆਉਂਦਾ, ਉਹਦਾ ਵਿਰਸਾ ਆਉਂਦਾ, ਉਹਦਾ ਸੱਭਿਆਚਾਰ ਆਉਂਦਾ। ਬੋਲੀ ਨਾਲ ਸਭ ਕੁਝ ਮਰਦਾ ਹੈ ਜੇਕਰ ਇੱਕ ਬੋਲੀ ਮਰ ਜਾਂਦੀ ਹੈ। ਇਸੇ ਦੇ ਵਿੱਚੋਂ ਸਾਡਾ ਇੰਸਟੀਚਿਊਸ਼ਨ 'ਚ ਬਚਾਉਣਾ, ਜੇ ਇਹੀ ਡਰੇਨੇਜ ਰਹੀ ਸਾਡੀਆਂ ਸੰਸਥਾਵਾਂ ਬਚਣਗੀਆਂ ਕਿਵੇਂ? ਸਾਡੇ ਕਾਲਜ ਦਾ ਵਜੂਦ ਕਿਵੇਂ ਬਚੇਗਾ? ਕਾਲਜ ਦਾ ਵਜੂਦ ਨਹੀਂ ਬਚੇਗਾ, ਯੂਨੀਵਰਸਿਟੀ ਦਾ ਵਜੂਦ ਕਿਵੇਂ ਬਚੇਗਾ? ਸਭ ਤੋਂ ਸੈਂਟਰਲ ਪੁਆਇੰਟ ਸਾਡਾ ਡਰੇਨੇਜ ਰੋਕਣਾ ਹੈ। ਇਹ ਫੋਰਸਡ ਡਰੇਨੇਜ ਹੈ, ਇਹ ਕੋਈ ਨਾਰਮਲ ਸੁਭਾਵਿਕ ਪ੍ਰਵਾਸ ਨਹੀਂ ਹੈ। ਇਹ ਧੱਕ ਕੇ ਉਹਨੂੰ ਭੇਜਿਆ ਜਾ ਰਿਹਾ ਉਸ ਪਾਸੇ ਵੱਲ, ਤੇਰੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ। ਇਹ ਵੱਡੇ ਸਵਾਲ ਦੇ ਦਾਇਰੇ ਦੇ ਵਿੱਚ ਹੀ ਅਸੀਂ ਬੋਲੀ ਨੂੰ ਰੱਖ ਕੇ ਮੇਰੇ ਖਿਆਲ ਨਾਲ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਸੋਚ ਵੀ ਸਕਦੇ ਹਾਂ ਤੇ ਉਸ ਵਿਆਪਕ ਅੰਦੋਲਨ ਦਾ ਹਿੱਸਾ ਵੀ ਇਹਨੂੰ ਬਣਾ ਸਕਦੇ ਹਾਂ। ਔਰ ਪੰਜਾਬੀ ਯੂਨੀਵਰਸਿਟੀ ਤਾਂ ਜੇ ਮੇਰੇ ਵਰਗੇ ਬੰਦੇ ਤਾਂ ਪੜ੍ਹ ਹੀ ਨਹੀਂ ਸੀ ਸਕਦੇ ਜੇ ਪੰਜਾਬੀ ਯੂਨੀਵਰਸਿਟੀ ਨਾ ਹੁੰਦੀ, ਕਿਉਂਕਿ ਸਾਡੇ ਤਾਂ ਨੇੜੇ ਸੀ, ਇੱਥੋਂ ਬੱਸ ਚੜ੍ਹ ਕੇ ਆ ਜਾਂਦੇ ਤੇ ਇੱਥੇ ਪੜ੍ਹ ਲਏ, ਸ਼ਾਇਦ ਸੰਭਵ ਹੀ ਨਹੀਂ ਸੀ ਕਿਸੇ ਵੀ ਰੂਪ 'ਚ। ਹੁਣ ਅਸੀਂ ਪੰਜਾਬ 'ਚ ਅਸ਼ੋਕਾ ਯੂਨੀਵਰਸਿਟੀ ਲਿਆਉਣ ਦੀ ਟਰਾਈ ਕਰ ਰਹੇ ਹਾਂ। ਤੁਹਾਨੂੰ ਦੱਸਦਾ ਕਿ ਇੱਕ ਸੈਕਟਰੀ ਨੇ ਉਹਦੇ 'ਤੇ ਕਈ ਬੰਦਸ਼ਾਂ ਲਾਤੀਆਂ ਕਿ ਐ ਨਹੀਂ ਆ ਸਕਦੀ, ਆਹ ਚਾਹੀਦਾ, ਆਹ ਸੈਕਟਰੀ ਦੀ ਬਦਲੀ ਹੋ ਗਈ ਹੈ ਕੱਲ੍ਹ। ਸਵਾਲ ਇਹ ਹੋ ਗਏ ਨੇ ਕਿ ਹੁਣ ਜਿਹੜੀ ਸੋਨੀਪਤ ਤੇ ਜਿੰਦਲ ਯੂਨੀਵਰਸਿਟੀਆਂ ਆਉਣਗੀਆਂ ਇੱਥੇ ਪੰਜਾਬ ਦੇ ਵਿੱਚ ਵੀ, ਜਿਹੜੀਆਂ ਹਰਿਆਣੇ 'ਚ ਤਾਂ ਪਹਿਲਾਂ ਹੀ ਨੇ ਉਸੇ ਪੱਧਰ ਦੇ ਉੱਤੇ, ਉਹ ਹਾਈ ਜੈਂਟਰੀ ਇੰਟੈਲੀਜੈਂਟ ਟੀਚਰ ਚੱਕ ਕੇ ਲੈ ਜਾਂਦੀਆਂ ਨੇ ਤੇ ਉਹ ਸਾਰੇ ਚੱਕ ਕੇ ਜਿਹੜਾ ਤੁਸੀਂ ਦੇਖੋ ਅੰਮ੍ਰਿਤਸਰ ਸੇਨ ਤੱਕ ਪੜ੍ਹਾਉਣ ਆਉਂਦੇ ਨੇ ਸਾਰੇ ਅਸ਼ੋਕਾ ਯੂਨੀਵਰਸਿਟੀ ਦੇ ਵਿੱਚ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕਿੰਨੇ ਟੌਪ ਦੇ ਪ੍ਰੋਫੈਸਰ ਚੱਕ ਕੇ ਉਹਨਾਂ ਨੇ ਉੱਥੇ ਲੈ ਆਏ ਨੇ, ਤਾਂ ਬਾਕੀਆਂ 'ਚ ਕੀ ਬਚਣਾ ਫਿਰ? ਇਸ ਲਈ ਇੱਕੋ ਜਿਹੀਆਂ ਯੂਨੀਵਰਸਿਟੀਆਂ, ਸਟੇਟ ਦੀ ਰਿਸਪੌਂਸਿਬਿਲਟੀ ਦਾ ਸਵਾਲ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ, ਉਹਨੂੰ ਮਜਬੂਰ ਕਰਨਾ ਉਸ ਪਾਲਿਸੀ ਲੈਵਲ ਦੇ ਉੱਤੇ। ਪੰਜਾਬੀ ਜ਼ੁਬਾਨ ਰਾਜ ਭਾਸ਼ਾ ਪਹਿਲਾਂ ਵੀ ਨਹੀਂ ਸੀ ਕਦੇ ਹੁੰਦੀ, ਪਰ ਸਾਡੇ ਇੰਟਲੈਕਚੁਅਲ ਜਿਹਨੇ ਉਦੋਂ, ਜੇ ਭਗਤੀ ਮੂਵਮੈਂਟ ਦੇ ਸਾਰੇ ਲੋਕ ਦੇਖਦੇ ਆ, ਜਦੋਂ ਸੰਸਕ੍ਰਿਤ ਦਾ ਸਾਮਰਾਜੀ ਦਬਦਬਾ ਸੀ, ਜਦੋਂ ਇਹ ਕਿਹਾ ਗਿਆ ਬਾਕੀਆਂ ਨੂੰ ਪੜ੍ਹਨ ਨਹੀਂ ਦੇਣਾ, ਤਾਂ ਸਾਰੇ ਉਹ ਇੰਟਲੈਕਚੁਅਲ ਜੋ ਉਸ ਜ਼ਮਾਨੇ ਦੇ, ਚਾਹੇ ਕਬੀਰ ਸੀ, ਰਵਿਦਾਸ ਸੀ, ਗੁਰੂ ਨਾਨਕ ਸੀ, ਵੱਖ-ਵੱਖ ਖੇਤਰਾਂ ਦੇ ਵਿੱਚ ਲੋਕਾਂ ਦੀ ਭਾਸ਼ਾਈ ਜ਼ੁਬਾਨ ਦੇ ਵਿੱਚ ਫਿਲਾਸਫੀ ਲਿਖੀ, ਦਰਸ਼ਨ ਜੇ ਉਹਦੇ 'ਚ ਲਿਖਿਆ ਜਾ ਸਕਦਾ ਹੈ, ਜੇ ਵਿਚਾਰਧਾਰਾ ਉਹਦੇ 'ਚ ਲਿਖੀ ਜਾ ਸਕਦੀ ਹੈ, ਟੌਪ ਤੋਂ ਟੌਪ ਦੀ ਵਿਚਾਰਧਾਰਾ ਉਸ ਪੱਧਰ ਦੇ ਉੱਤੇ, ਤਾਂ ਉਹ ਬੌਧਿਕਤਾ ਸਿਰਜਣ ਦਾ ਕੁਐਸਚਨ ਹੈ ਪੰਜਾਬੀ ਨੂੰ ਨਾਲ ਦੀ ਨਾਲ, ਤੇ ਨਾਲ ਦੀ ਨਾਲ ਉਹਨੂੰ ਰੁਜ਼ਗਾਰ ਦਾ ਐਂਗਲ ਉਹਦੇ ਨਾਲ ਜੋੜਨਾ ਹੈ। ਭਾਸ਼ਾ ਐਕਟ ਹੈ ਸਾਡੇ ਪਿਆ ਜੀ, ਉਹ ਭਾਸ਼ਾ ਐਕਟ ਬਣਿਆ ਹੋਇਆ, ਕਿੱਥੇ ਨੇ ਹੇਠਲੀਆਂ ਅਦਾਲਤਾਂ ਦੇ ਵਿੱਚ ਕਿਉਂ ਬੰਦੇ ਨਹੀਂ ਭਰਤੀ ਕੀਤੇ ਜਾ ਰਹੇ? ਕਿਉਂ ਟਰਾਂਸਲੇਟਰ ਬੰਦੇ ਨਹੀਂ ਹੋ ਸਕਦੇ ਸਾਡੇ ਕੋਲ? ਉਹ ਠੀਕ ਹੈ ਕਾਗਜ਼ਾਂ 'ਚ ਬਣ ਗਿਆ ਕਿ ਇੱਕ ਭਾਸ਼ਾ ਐਕਟ ਹੈ ਤੇ ਬਣਿਆ ਹੋਇਆ, ਪਰ ਉਹਦੇ ਤੇ ਓਡੀ ਵੱਡਾ ਅੰਦੋਲਨ, ਜਿੱਡਾ ਵੱਡਾ ਅੰਦੋਲਨ ਚਾਹੀਦਾ ਮਜਬੂਰੀ ਕਰਨ ਦੇ ਵਾਸਤੇ, ਉਹਦੀ ਲੋੜ ਹੈ। ਔਰ ਲੱਗਦਾ ਇਹ ਹੈ ਕਿ ਕਿਸਾਨ ਅੰਦੋਲਨ ਦਾ ਰਾਹ ਦਰਸਾਉਣ ਤੋਂ ਬਾਕੀ ਅੰਦੋਲਨ ਵੀ ਹੁਣ ਓਡਾ ਵੱਡਾ ਜੁੜ ਜਾਣਗੇ, ਸਾਰੇ ਜੁੜਨਗੇ ਵੱਖ-ਵੱਖ ਅੰਦੋਲਨ ਆ ਕੇ। ਜਦੋਂ ਸਾਰੇ ਜੁੜਨਗੇ, ਉਹ ਆਰਥਿਕਤਾ ਵੀ ਬਦਲਣਗੇ, ਉਹ ਪੋਲੀਟਿਕਸ ਵੀ ਬਦਲਣਗੇ, ਉਹ ਸੱਭਿਆਚਾਰ ਵੀ ਬਦਲਣਗੇ, ਤਾਂ ਉਹਦੇ ਕਲਾਵੇ 'ਚ ਬੋਲੀਆਂ ਤੋਂ ਲੈ ਕੇ ਸਾਰੀਆਂ ਚੀਜ਼ਾਂ ਆਉਣਗੀਆਂ। ਇਹ ਉਮੀਦ ਰੱਖਣੀ ਚਾਹੀਦੀ ਹੈ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ।